नमस्कार दोस्तों, मैं राजेश अरोड़ा और तुसी देख रहे हो प्रोग्राम आओ कुछ बात करें। साडे अज दे मेहमान ने जागदा जमीर के अध्यक्ष सुभाष सैगल जी और उन्होंने नाल बैठे ने हाई कोर्ट के वकील ललित मोहन गुलाटी जी। अज असी इन्हां नाल गलबात करन जा रहे हैं जिहड़ी कि पिछले दिनों च एक मुद्दा उठिया सी 17 शामलट दुकान 17 दुकाना जिहड़ी कि शामलट जमीन ते बन गई ने उहदी कंप्लेंट नूं लैके कंप्लीट करता जिहड़े सी शिकायत करता वो सुभाष सैगल ने। उन्हां कोल जाणांगे सारे मुद्दे नूं और उन्हां दे नाल नाल एडवोकेट ललित मोहन गुलाटी जी नाल भी गल करांगे क्योंकि यह भी इस मुद्दे नूं हाई कोर्ट च पब्लिक हित दे विच एक याचिका दर्ज कराउण जा रहे हैं। सब तो पहले तो सैगल साहब और गुलाटी साहब तुसीं साडे स्टूडियो च आए हो, मैं तुहाडा बहुत बहुत स्वागत करता जी। सैगल साहब, एक मुद्दा पिछले कई दिनों तो बल्कि मैं कहां कई महीनों तो चर्चित है, शामलट जमीन के उत्ते 17 दुकानों का निर्माण करना। की मुद्दा है, सानूं पहले थोड़ा ब्रीफ चो दसो। सब तो पहला मैं सारे श्रोतावां नूं प्यार भरी नमस्कार ते मैं तहे दिलों धन्नवादी हाँ पब्लिक दासा की सारी टीम का जिन्हां ने दास नूं रूबरू होने का मौका दिता। ये जिहड़ा मुद्दा शामलट जमीन का है, काफ़ी समय तो असी इनू वाच कर रहे सां। इस दियां जिहड़ियां जानकारियां सी असी संबंधित अधिकारियों नूं समय सिर दिंदे रहे। झबार रोड तो फाटक तो लगभग अद्धा किलोमीटर दूरी ते पढ़ाड़ीवाल दे अर्बन दे विच गंदे नाले दे पहलां एक ना 5 दुकानां दा निर्माण होया सी। उन्हां दी जानकारी उस वेले कमिश्नर ऑफ कारपोरेशन ते एडिशनल कमिश्नर नूं देती सी। उस तो बाद 12 दुकानां होर बनियां जिहड़ी इलीगल कंस्ट्रक्शन सी। समय सिर असीं इन्हां नूं जानकारी देंदे रहे कमिश्नर कोमल मित्तल जी नूं ते एडिशनल कमिश्नर संदीप रिशी जी नूं। उस तो इलावा ਜਿਹੜੇ MTP विभाग के नरिंदर शर्मा जी सी उन्होंने भी इसकी वीडियोग्राफी फोटोआं ਜਦੋਂ ਨੀਆਂ ਭਰਨੀਆਂ शुरू ਹੋਈਆਂ ਸੀ ਉਸ ਵੇਲੇ देनी शुरू की। ਜਦੋਂ ਕੰਧਾਂ ਚਨਵਾਈਆਂ ਗਈਆਂ ਉਸ ਵੇਲੇ भी ਦਿੱਤੀ। ਸਾਡੇ ਕੋਲ ਸਭ ਦੇ ਪ੍ਰੂਫ ਹੈਗੇ ਆ, WhatsApp ਤੇ ਇਹਨਾਂ ਨੂੰ ਸਾਰਾ ਕੁਝ ਭੇਜਿਆ ਗਿਆ। ਇਹਨਾਂ ਨੂੰ ਮਿਲੇ ਵੀ ਬਾਰ-ਬਾਰ ਪਰ ਇਹਨਾਂ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ। सैगल साहब, एक कितनी पुरानी गल है, कदों तुसीं तुहाडे ध्यान च आया ते कदों तुसीं शिकायत जिहड़ी वो दित्ती प्रशासन ने? ਇਹ ਸਾਡੇ ਧਿਆਨ ਵਿੱਚ ਲਗਭਗ ਨਵੰਬਰ 2020 ਚ ਮੁੱਦਾ ਆ ਗਿਆ ਸੀ। ਸਭ ਤੋਂ ਪਹਿਲਾਂ ਇਹਦਾ ਅਸੀਂ ਫੋਟੋਆਂ ਕਰਕੇ ਜੋ ਵੀ ਇਹਦੇ ਪ੍ਰੂਫ ਸੀ 10 ਦਸੰਬਰ 2020 ਨੂੰ ਵਰਿੰਦਰ ਮੋਹਨ ਜਿਹੜੇ ATP ਸੀ ਉਹਨਾਂ ਨੂੰ ਦਿੱਤੀ ਸਾਰੀ ਕਾਰਵਾਈ ਕਰਨ ਨੂੰ ਕਿਹਾ। ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਮੇਰੇ ਸਾਥੀ ਨਰੇਸ਼ ਕਾਕਾ ਜੀ ਨੇ ਇਹ ਬੀੜਾ ਚੁੱਕਿਆ ਸੀ, ਉਹ ਮੇਰੇ ਨਾਲ ਸੀ। ਉਹਨਾਂ ਨੇ ਉਹਨਾਂ ਨੂੰ ATP ਜਿਹੜੇ ਵਰਿੰਦਰ ਮੋਹਨ ਸੀ ਉਹਨਾਂ ਨੂੰ ਦਿੱਤਾ ਸਾਰਾ ਵੀ ਮੰਗ ਪੱਤਰ ਵੀ ਇਹ ਦੁਕਾਨਾਂ ਜਿਹੜੀਆਂ ਹੈਗੀਆਂ ਨਜਾਇਜ਼ ਹੈ, ਅਵੈਧ ਹੈ, ਇਲੀਗਲ ਕੰਸਟਰਕਸ਼ਨ ਹੈ। ਇਸ ਤੋਂ ਇਲਾਵਾ ਸ਼ਾਮਲਟ ਜਗ੍ਹਾ ਤੇ ਬਣਦੀਆਂ ਪਈਆਂ ਤੇ ਇਹਦੀ ਜਿਹੜੀ ਹੈਗੀ ਹੈ ਜਾਂਚ ਕੀਤੀ ਜਾਏ ਤੇ ਜੋ ਬਣਦੀ ਕਾਰਵਾਈ ਕੀਤੀ ਜਾਏ। ਉਸ ਤੋਂ ਬਾਅਦ 14 ਜਨਵਰੀ ਤੇ 21 ਜਨਵਰੀ ਨੂੰ ਅਸੀਂ ਇਹੋ ਜਾਣਕਾਰੀ ਕੋਮਲ ਜਿਹੜੇ ਕਮਿਸ਼ਨਰ ਸੀ ਮੌਕੇ ਤੇ ਉਹਨਾਂ ਨੂੰ ਦਿੱਤੀ ਤੇ ਜਿਹੜੇ ਐਡੀਸ਼ਨਲ ਕਮਿਸ਼ਨਰ ਸੀ ਉਹਨਾਂ ਨੂੰ ਦਿੱਤੀ। ਉਸ ਤੋਂ ਇਲਾਵਾ 14 ਜਨਵਰੀ ਤੇ 21 ਜਨਵਰੀ ਨੂੰ ਫਿਰ ਇੱਕ ਜਿਹੜੀ ਜਾਣਕਾਰੀ ਸੀ ਅਸੀਂ MTP ਵਿਭਾਗ ਨੂੰ ਵੀ ਦਿੱਤੀ ਪਰ ਉਹਨਾਂ ਨੇ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਉਸ ਤੋਂ ਬਾਅਦ ਅਸੀਂ 4/2/2021 ਨੂੰ ਜਿਹੜੇ ਲੋਕਲ ਬੋਡੀ ਮਿਨਿਸਟਰ ਬ੍ਰਹਮ ਮਹਿੰਦਰਾ ਹੈ ਉਹਨਾਂ ਕੋਲ ਸਾਡੇ ਸਾਥੀ ਗਏ। ਉਹਨਾਂ ਨੇ ਉੱਥੇ ਉਹਨਾਂ ਨੂੰ ਡਾਇਰੀ ਕਰਾਇਆ ਤੇ ਉਹਨਾਂ ਵੀ ਸਾਨੂੰ ਬ੍ਰਹਮ ਮਹਿੰਦਰਾ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਜਿਹੜੀ ਇਹ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਜਿਹੜੀ ਸ਼ਾਮਲਟ ਜਗ੍ਹਾ ਤੇ ਕਬਜ਼ੇ ਹੋ ਰਹੇ ਨੇ, ਮੈਂ ਇਹਨਾਂ ਦੇ ਵਿਰੁੱਧ ਜਲਦੀ ਕਾਰਵਾਈ ਕਰਾਂਗਾ। ਪਰ ਅੱਜ 7ਵਾਂ ਮਹੀਨਾ ਹੈ ਤੇ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ। ਕੀ ਕਾਰਨ ਸਮਝਦੇ ਹੋ? ਜਿਸ ਤਰ੍ਹਾਂ ਤੁਸੀਂ ਨਿਗਮ ਪ੍ਰਸ਼ਾਸਨ ਨੂੰ ਵੀ ਸਮੇਂ-ਸਮੇਂ ਸਿਰ ਦੱਸਿਆ, ਉਸ ਤੋਂ ਬਾਅਦ ਤੁਸੀਂ ਇਸ ਜਿਹੜਾ ਵਿਭਾਗ ਹੈ ਜਿਹਦੇ ਅੰਡਰ ਆਉਂਦਾ ਪਿਆ ਲੋਕਲ ਬੋਡੀ ਦੇ ਉਹਨਾਂ ਦੇ ਮਿਨਿਸਟਰ ਨੂੰ ਵੀ ਦੱਸਿਆ ਬ੍ਰਹਮ ਮਹਿੰਦਰਾ ਜੀ ਨੂੰ, ਤੁਸੀਂ ਕੀ ਸਮਝਦੇ ਹੋ ਕਿਉਂ ਨਹੀਂ ਕਾਰਵਾਈ ਹੋ ਰਹੀ? ਦੇਖੋ ਜੀ, ਇਹਦੇ ਵਾਸਤੇ ਪੂਰੇ ਤੌਰ ਤੇ ਸ਼ਾਸਨ ਤੇ ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਨੇ ਜੀ। ਉਹਦਾ ਕਾਰਨ ਹੈ ਵੀ ਇਹਦੇ ਵਿੱਚ ਪੋਲੀਟੀਕਲ ਲੋਕਾਂ ਦਾ ਹੱਥ ਹੈ ਜਿਹੜੇ ਕਲੋਨੀ ਵਾਲਿਆਂ ਨਾਲ ਰਲ ਕੇ ਜਗ੍ਹਾ ਵੇਚਦੇ ਸ਼ਾਮਲਟ ਉੱਥੇ ਅਵੈਧ ਨਿਰਮਾਣ ਸ਼ੁਰੂ ਕਰਵਾ ਦਿੰਦੇ ਨੇ ਜੀ। ਇਹਨਾਂ ਦੇ ਵਿਰੁੱਧ ਕਈ ਜਿਹੜੇ ਸਾਡੇ ਵਰਗੇ ਲੋਕ ਹੁੰਦੇ ਆ, ਜਿਹੜੇ ਸੋਸ਼ਲ ਵਰਕਰ ਹੁੰਦੇ ਆ, ਕਈ ਵਾਰ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਹਰਾਸਮੈਂਟ ਵੀ ਦਿੰਦੇ ਨੇ, ਕਈ ਤਰ੍ਹਾਂ ਦੀਆਂ ਧਮਕੀਆਂ ਵੀ ਲਾਉਂਦੇ ਨੇ। ਇਹਨਾਂ ਦੇ ਵਿਰੁੱਧ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ। ਜਿੰਨੀਆਂ ਮਰਜ਼ੀ ਅਸੀਂ ਇਹਨਾਂ ਦੇ ਖਿਲਾਫ ਕਾਰਵਾਈਆਂ ਕਰਾਈਏ ਪਰ ਕੋਈ ਕਾਰਵਾਈ ਅਜੇ ਤੱਕ ਸਾਨੂੰ ਕਿਸੇ ਚੀਜ਼ ਦਾ ਜਵਾਬ ਨਹੀਂ ਮਿਲਿਆ। ਸਮਝ मैं जो मुद्दा चुकिया मेरे खिलाफ पोस्टर वार कई तरह के गंदे मेरे पोस्टर बना के WhatsApp ते ग्रुपां पाए जाते हैं, फेसबुक ते 10 आईडियां फेक चलाइया गई।
ਜਿਸ ਦੀ ਜਾਣਕਾਰੀ ਮੈਂ ਸੀਪੀ ਸੁਖਚੈਨ ਸਿੰਘ ਗਿੱਲ ਜੀ ਨੂੰ ਕਈ ਵਾਰ ਦੇ ਚੁੱਕਾ ਹਾਂ ਰਿਟਰਨ, ਕਈ ਦਰਖਾਸਤਾਂ ਦਿੱਤੀਆਂ ਪਰ ਅੱਜ ਤੱਕ ਕਿਸੇ ਵੀ ਪੁਲਿਸ ਅਫਸਰ ਨੇ ਮੈਨੂੰ ਨਿਆਂ ਨਹੀਂ ਦਿੱਤਾ ਵੀ ਜਿਹੜੀ ਇਹ ਜੋ ਵੀ ਮੇਰੇ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ। ਮੈਂ ਤਾਂ ਇੱਕ ਸਮਾਜ ਦੀ ਲੜਾਈ ਲੜ ਰਿਹਾ ਵਾਂ, ਮੇਰਾ ਇਹਦੇ ਨਿੱਜੀ ਹਿੱਤ ਕੋਈ ਨਹੀਂ। ਸਮਾਜ ਦੀ ਲੜਾਈ ਲੜਨਾ ਜੇ ਗੁਨਾਹ ਹੈ ਤੇ ਇਹ ਗੁਨਾਹ ਮੈਂ ਬਾਰ-ਬਾਰ ਕਰਾਂਗਾ। ਤੁਹਾਡੇ ਨਾਲ ਗੱਲ ਅਸੀਂ ਕਰਾਂਗੇ ਜਿਹੜੀ ਤੁਸੀਂ ਹੁੰਦੀ ਕਿ ਰਾਜਨੀਤਿਕ ਲੋਕਾਂ ਦਾ ਹੱਥ। ਪਹਿਲੇ ਗੁਲਾਟੀ ਸਾਹਿਬ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਸ਼ਾਮਲਾਟ ਜ਼ਮੀਨ ਜਿਹੜੀ ਹੁੰਦੀ ਹੈ ਕੀ ਉਹਦੀ ਖਰੀਦ ਫਰੋਖਤ ਹੋ ਸਕਦੀ ਹੈ? ਨਹੀਂ ਜੀ, ਸ਼ਾਮਲਾਟ ਦੀ ਇੱਕ ਉਹ ਜ਼ਮੀਨ ਹੈ ਜਿਸ ਦੀ ਕੋਈ ਪਰਚੇਜ਼ ਨਹੀਂ ਕਰ ਸਕਦਾ, ਕੋਈ ਅੱਗੇ ਕਰ ਨਹੀਂ ਸਕਦਾ। ਆਕਸ਼ਨ ਤੇ ਕੁਝ ਪੀਰੀਅਡ ਲਈ ਦਿੱਤੀ ਜਾਂਦੀ ਹੁੰਦੀ ਹੈ, ਲੀਜ਼ ਤੇ ਦਿੱਤੀ ਜਾਂਦੀ ਹੈ ਜੀ। ਅਦਰਵਾਈਜ਼ ਉਹਨੂੰ ਵੇਚ ਨਹੀਂ ਸਕਦਾ। ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਜਮੈਂਟ ਵੀ ਹੈ ਵਿੱਚ ਉਹ ਕਹਿੰਦੀ ਹੈ ਕਿ ਇਨ ਕੇਸ ਕੋਈ ਪਤਾ ਚੱਲਦਾ ਕਿ ਇਲੀਗਲ ਉਸਾਰੀ ਹੋ ਰਹੀ ਹੈ ਜਾਂ ਕੰਸਟਰਕਸ਼ਨ ਹੋ ਰਹੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਕਿਹਾ ਗਿਆ ਸੀ ਕਿ ਐਫਆਈਆਰ ਦਰਜ ਕੀਤੀ ਜਾਏ। ਇੱਕ ਜਜਮੈਂਟ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਦੀ। ਤੁਹਾਡੇ ਬਾਰੇ ਵੀ ਸੁਣਿਆ ਜੀ ਤੁਸੀਂ ਜਨਹਿਤ ਯਾਚਕਾ ਦਾਖਲ ਕਰਨ ਜਾ ਰਹੇ ਹੋ? ਹਾਂਜੀ, ਮੈਂ ਇਸ ਪ੍ਰੋਜੈਕਟ ਤੇ ਸਾਰੇ ਮੇਰੇ ਕੋਲ ਐਵੀਡੈਂਸ ਆ ਗਏ, ਡਾਕੂਮੈਂਟਸ ਆ ਗਏ ਜੀ। ਤਾਂ ਅਸੀਂ ਸ਼ਾਰਟਲੀ ਇਸ ਉੱਤੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਪਾ ਕੇ ਜੋ ਰਿਸਪੌਂਸਿਬਲ ਹੈ ਅਸੀਂ ਪ੍ਰੇ ਕਰਾਂਗੇ ਹਾਈ ਕੋਰਟ ਨੂੰ ਕਿ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਏ। ਬਤੌਰ ਵਕੀਲ ਤੁਸੀਂ ਦੱਸ ਸਕਦੇ ਹੋ ਕਿ ਜਿਸ ਤਰ੍ਹਾਂ ਤੁਹਾਡੇ ਡਾਕੂਮੈਂਟਸ ਵੀ ਆ ਗਏ ਨੇ ਕਿ ਇਹਦੇ ਵਿੱਚ ਕਿਹਦੀ ਸ਼ਮੂਲੀਅਤ ਹੈ ਤੇ ਕਿਹਦੇ ਖਿਲਾਫ ਕਾਰਵਾਈ ਹੋਈ ਹੈ? ਸੋ ਬਿਨਾ ਪੋਲਿਟਿਕਸ ਦੇ ਤੇ ਔਰ ਐਡਮਿਨਿਸਟ੍ਰੇਸ਼ਨ ਦੇ ਇਹਨਾਂ ਦੀ ਜਦ ਤੱਕ ਇਕੱਠੇ ਨਾ ਹੋਣ ਤਦ ਤੱਕ ਤਾਂ ਕੁਝ ਹੋ ਨਹੀਂ ਸਕਦਾ। ਆਮ ਆਦਮੀ ਤਾਂ ਕਰ ਨਹੀਂ ਸਕਦਾ ਜਦ ਤੱਕ ਇਹਨਾਂ ਨੂੰ ਪ੍ਰੋਪਰ ਬਲੇਸਿੰਗ ਨਹੀਂ ਮਿਲਦੀ। ਤੇ ਜਿਸ ਦੇ ਦਾ ਆਏਗਾ ਉਹ ਫਿਰ ਆਨਰੇਬਲ ਹਾਈ ਕੋਰਟ ਦੇ ਜਿਸ ਜੁਰਿਸਡਿਕਸ਼ਨ ਚ ਆਏਗਾ ਸਭ ਦੇ ਨਾਮ ਆ ਜਾਣਗੇ ਬਾਹਰ। ਸਹਿਗਲ ਸਾਹਿਬ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿ ਰਾਜਨੀਤਿਕ ਦਬਾਅ ਕੌਣ ਰਾਜਨੀਤਿਕ ਲੋਕ ਨੇ ਤੁਹਾਨੂੰ ਤੇ ਤੁਸੀਂ ਇਸ ਕੇਸ ਦੇ ਨਾਲ ਪਿਛਲੇ 8-10 ਮਹੀਨਿਆਂ ਤੋਂ ਜੁੜੇ ਹੋਏ ਕੌਣ ਲੋਕ ਨੇ? ਦੇਖੋ ਜੀ, ਇਹਦੇ ਵਿੱਚ ਕਈ ਤਰ੍ਹਾਂ ਦੇ ਕਾਉਂਸਲਰ ਜਿਹੜੇ ਸਾਹਮਣੇ ਆਏ ਆ। ਪਿੱਛੇ ਜਿਹੜੋ 10 ਮਈ ਨੂੰ ਇੱਥੇ ਐਮਟੀ ਵਿਭਾਗ ਦੇ ਕਰਮਚਾਰੀ ਇਹ ਜਗ੍ਹਾ ਦੀ ਜਿਹੜੀ ਹੈਗੀ ਸੀ ਕਾਰਵਾਈ ਕਰਨ ਗਏ ਸੀ। ਉੱਥੇ ਮੌਕੇ ਦੇ 2 ਕੌਂਸਲਪਤੀ ਪਹੁੰਚੇ ਸੀ, ਉਹਨਾਂ ਨੂੰ ਮਤਲਬ ਇਹ ਕਾਰਵਾਈ ਕਰਨ ਤੋਂ ਰੋਕਿਆ। ਜਦ ਕਿ ਜਿਹੜੇ ਕੌਂਸਲ ਹੈ ਉਹ ਸੈਲਰੀ ਲੈਂਦੇ ਆ ਸਰਕਾਰ ਤੋਂ, ਸਰਕਾਰ ਦੀਆਂ ਪ੍ਰਾਪਰਟੀਆਂ ਦੀ ਹਿਫਾਜ਼ਤ ਕਰਨ ਲਈ। ਤੇ ਜੇਕਰ ਉਹ ਸਰਕਾਰ ਦੀਆਂ ਪ੍ਰਾਪਰਟੀਆਂ ਜਿਹੜੇ ਖਰਾਬ ਕਰਦੇ ਆ, ਜਿਹੜੇ ਕਬਜ਼ੇ ਕਰਦੇ ਉਹਨਾਂ ਨੂੰ ਖੜੇ ਹੋਣਗੇ ਤੇ ਫਿਰ ਸਾਨੂੰ ਕੌਂਸਲ ਰੱਖਣ ਦੀ ਕੀ ਜ਼ਰੂਰਤ ਹੈਗੀ ਹੈ? ਕੌਣ ਸੀ ਕੌਂਸਲਪਤੀ ਕੌਣ ਸੀ ਜੀ? ਮੈਨੂੰ ਹੁਣ ਨਾਂ ਤਾਂ ਉਹਦਾ ਚੰਗੀ ਤਰ੍ਹਾਂ ਯਾਦ ਨਹੀਂ। 2 ਕੌਂਸਲਪਤੀ ਉੱਥੇ ਪਹੁੰਚੇ ਸੀ ਜੋ ਮੇਰੇ ਧਿਆਨ 'ਚ ਆਇਆ, ਅਖਬਾਰਾਂ 'ਚ ਵੀ ਆਇਆ ਤੇ ਮੈਂ ਉਹ ਹਾਲੇ ਤੱਕ ਅਖਬਾਰ ਨਹੀਂ ਮੈਂ ਦੇਖ ਸਕਿਆ। ਜਦੋਂ ਮੈਨੂੰ ਫਰਦਰ ਜਾਣਕਾਰੀ ਮਿਲੇਗੀ ਮੈਂ ਤੁਹਾਨੂੰ ਜ਼ਰੂਰ ਦਵਾਂਗਾ। ਹੁਣ ਅਸੀਂ ਗੁਲਾਟੀ ਸਾਹਿਬ ਤੁਹਾਡੇ ਕੋਲ ਜਾਣਨਾ ਚਾਹੁੰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਨਹਿਤ ਯਾਚਕਾ ਦਾਇਰ ਕੀਤੀ ਜਾਏਗੀ, ਇਸ ਤੋਂ ਪਹਿਲੇ ਵੀ ਕਈ ਵਾਰ ਤੁਸੀਂ ਕੀਤੀ ਹੋਏਗੀ, ਇਹਦਾ ਪ੍ਰੋਸੀਜਰ ਕੀ ਹੁੰਦਾ? ਸੋ ਪਬਲਿਕ ਇੰਟਰਸਟ ਲਿਟੀਗੇਸ਼ਨ ਲਈ ਪਹਿਲਾਂ ਤਾਂ ਇੱਕ ਪਟੀਸ਼ਨਰ ਜਿਹੜਾ ਅੱਗੇ ਆਉਂਦਾ ਹੈ ਉਸਦੇ ਸੋਸ਼ਲ ਸਰਕਲ ਦੇਖਿਆ ਜਾਂਦਾ ਹੈ। ਕਿਆ ਉਹ ਇਨਫੈਕਟ ਜਿਹੜਾ ਕਾਜ਼ ਹੈ ਜਿਹਨੂੰ ਅਸੀਂ ਹਾਈ ਕੋਰਟ ਲੈ ਕੇ ਜਾ ਰਹੇ ਹਾਂ, ਕਿਆ ਉਹ 'ਚ ਪਬਲਿਕ ਦਾ ਇੰਟਰਸਟ ਇਨਵੋਲਵ, ਪਰਸਨਲ ਇੰਟਰਸਟ ਇਨਵੋਲਵ ਤਾਂ ਨਹੀਂ ਹੈ, ਉਹ ਸਭ ਦੇਖ ਕੇ ਫਿਰ ਅਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਤਿਆਰ ਕਰਦੇ ਹਾਂ ਜੀ। ਸਹਿਗਲ ਸਾਹਿਬ ਤੁਸੀਂ ਮੰਤਰੀ ਜੀ ਤੱਕ ਪਹੁੰਚੇ, ਪ੍ਰਸ਼ਾਸਨ ਨੂੰ ਦੱਸਿਆ, ਤੁਹਾਨੂੰ ਵੀ ਕਈ ਤਰ੍ਹਾਂ ਦੀ ਥ੍ਰੈਟਿੰਗਸ ਆਈਆਂ, ਤੁਹਾਡੇ ਪੋਸਟਰ ਵਾਰ ਤੁਹਾਡੇ ਤੇ ਹੋ ਰਹੇ ਨੇ। ਪੁਲਿਸ ਪ੍ਰਸ਼ਾਸਨ 'ਚ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਇਹਦੇ ਬਾਰੇ ਕੀ ਜਵਾਬ ਮਿਲਦਾ ਹੈ ਕਿ ਇਹਦੀ ਕੋਈ ਜਾਂਚ ਕਰ ਰਹੀ ਪੁਲਿਸ? ਉਹ ਕਹਿੰਦੇ ਜੀ ਅਸੀਂ ਏਸੀਪੀ ਸੈਂਟਰ ਨੂੰ ਇਹ ਭੇਜਤੀ ਹੈ ਜਾਂ ਸਾਈਬਰ ਕ੍ਰਾਈਮ ਭੇਜਤੀ ਹੈ। ਪਰ ਮੈਂ ਹੈਰਾਨ ਆ, ਬੜੀ ਮੈਨੂੰ ਹੈਰਾਨਗੀ ਆਉਂਦੀ ਹੈ ਵੀ ਮੈਨੂੰ 11 ਅਪ੍ਰੈਲ ਨੂੰ ਰਾਤੀ ਧਮਕੀਆਂ ਮਿਲੀਆਂ ਫੋਨ ਤੇ WhatsApp ਤੇ। ਮੈਂ ਉਸੇ ਵੇਲੇ ਸੀਪੀ ਸਾਹਿਬ ਨੂੰ WhatsApp ਤੇ ਦੱਸਦਾ ਵੀ ਮੈਨੂੰ ਇਹ ਧਮਕੀਆਂ ਮਿਲੀਆਂ। ਉਸ ਤੋਂ ਇਲਾਵਾ ਮੈਂ ਏਸੀਪੀ ਸੈਂਟਰ ਪ੍ਰਵੇਸ਼ ਚੋਪੜਾ ਨੂੰ ਵੀ ਦੱਸਦਾ ਵੀ ਮੈਨੂੰ ਧਮਕੀਆਂ ਆਈਆਂ ਇਸ ਨੰਬਰ ਤੋਂ। ਮੈਂ ਫਿਰ ਰਿਟਰਨ ਕੰਪਲੇਂਟ ਵੀ ਕੀਤੀ ਸੀਪੀ ਸਾਹਿਬ ਦੇ ਦਫ਼ਤਰ। ਅੱਜ 3 ਮਹੀਨੇ ਬੀਤ ਗਏ, 4 ਮਹੀਨੇ, ਮੈਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਾ ਵੀ ਕਿੰਨੇ ਧਮਕੀਆਂ ਦਿੱਤੀਆਂ। ਮੈਂ ਕਈ ਵਾਰ ਸੈਂਟਰ ਏਸੀਪੀ ਦੇ ਦਫ਼ਤਰ ਤੋਂ ਚੱਕਰ ਲਾ ਆਇਆ ਵਾਂ, ਮੈਨੂੰ ਅੱਜ ਤੱਕ ਕਦੀ ਇਹ ਨਹੀਂ ਪਤਾ ਲੱਗਾ ਵੀ ਮੈਨੂੰ ਧਮਕੀ ਕਿੱਥੋਂ ਆਈ ਹੈ, ਮੈਂ ਸੇਫ ਹੈਗਾ ਕਿ ਨਹੀਂ ਹੈਗਾ। ਮੈਂ ਤਾਂ ਇੱਕ ਸਮਾਜ ਦੀ ਲੜਾਈ ਲੜ ਰਿਹਾ ਵਾਂ। ਉਸ ਸਮਾਜ ਦੀ ਲੜਾਈ ਜਿਹੜੇ ਕਿ ਫਰਜ਼ ਇਹਨਾਂ ਦਾ ਬਣਦਾ ਹੈ, ਉਹ ਫਰਜ਼ ਬਣਦਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ, ਉਹ ਫਰਜ਼ ਬਣਦਾ ਹੈ ਪੋਲੀਟੀਕਲ ਲੋਕਾਂ ਦਾ ਜਿਹੜੇ ਸੈਲਰੀਆਂ ਲੈਂਦੇ ਮੋਟੀਆਂ। ਮੈਂ ਪੁੱਛਣਾ ਚਾਹੁੰਦਾ ਵਾਂ ਜਿਹੜੇ ਐਮਟੀਪੀ ਵਿਭਾਗ ਦੇ ਕਰਮਚਾਰੀ ਨੇ, ਜਿਹੜੇ ਏਟੀਪੀ ਨੇ, ਜਿਹੜੇ ਕਮਿਸ਼ਨਰ ਨੇ ਜਾਂ ਐਡੀਸ਼ਨਲ ਕਮਿਸ਼ਨਰ ਨੇ, ਉਹ ਕਿਸ ਚੀਜ਼ ਦੀ ਸੈਲਰੀ ਲੈਂਦੇ ਸਰਕਾਰ ਕੋਲ? ਉਹ ਜਿਹੜੀ ਸੈਲਰੀ ਜਾਂਦੀ ਹੈ ਸਾਡੇ ਜਨਤਾ ਦੇ ਫੰਡਾਂ 'ਚੋਂ ਜਾਂਦੀ ਹੈ। ਜੇਕਰ ਉਹ ਸਰਕਾਰ ਦੀਆਂ ਪ੍ਰਾਪਰਟੀਆਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੈਂ ਕੱਲ ਡੀਸੀ ਸਾਹਿਬ ਨੂੰ ਇਹੋ ਹੀ ਮੰਗ ਪੱਤਰ ਦੇਣਾ ਹੈ ਵੀ ਡੀਸੀ ਸਾਹਿਬ ਜਿਹੜੇ ਇਹ ਮਤਲਬ ਜਿਹੜੇ ਤੁਹਾਡੇ ਵਿੱਚ ਪਟਵਾਰੀ ਜਾਂ ਜਿਹੜੇ ਤੁਹਾਡੇ ਤਹਿਸੀਲਦਾਰ ਕਿਤੇ ਨਾ ਕਿਤੇ ਦਾ ਸਮੂਲੀਅਤ ਉਹਨਾਂ ਦੀ ਵਿੱਚ ਹੋਏਗੀ। ਜਿਹੜੀਆਂ ਰਜਿਸਟਰੀਆਂ ਹੋਈਆਂ ਉਹ 5 ਦੁਕਾਨਾਂ ਦੀਆਂ ਰਜਿਸਟਰੀਆਂ ਮੰਗਾਓ ਤੇ ਉਹਨਾਂ ਦੀ ਵੈਰੀਫਾਈ ਕਰੋ ਜਿਹੜੀਆਂ 5 ਦੁਕਾਨਾਂ ਦੀਆਂ ਰਜਿਸਟਰੀਆਂ ਹੋ ਗਈਆਂ ਕਿ ਉਹ ਜਾਇਜ਼ ਹੈ। ਮੈਂ ਤਾਂ ਆਪਣੇ ਪ੍ਰੂਫ ਲੈ ਕੇ ਸਾਹਮਣੇ ਦਰਬਾਰ 'ਤੇ ਖੜਾ ਜੇ, ਮੇਰੇ ਕੋਲ ਇਹ ਸਾਰਾ ਜਮਾਬੰਦੀ ਹੈਗੀ ਜੇ ਤੇ ਮੈਂ ਤਾਂ ਸਾਬਤ ਕਰ ਦਿੱਤਾ ਜੇ ਵੀ ਇਹ ਜਗ੍ਹਾ ਸ਼ਾਮਲਾਟ ਜਗ੍ਹਾ ਤੇ ਆ, ਇਹ ਅਵੈਧ ਨਿਰਮਾਣ ਹੈ। ਇਹ ਹੁਣ ਤੁਸੀਂ ਵੈਰੀਫਾਈ ਕਰੋ ਵੀ ਮਤਲਬ ਇਹ ਕਿੱਥੇ, ਇਹਨਾਂ ਦੇ ਕੋਲ ਕੀ ਪ੍ਰੂਫ ਹੈਗੇ ਆ ਵੀ ਇਹ ਜਗ੍ਹਾ ਜਾਇਜ਼ ਹੈਗੀ ਹੈ।
ਇਹ ਤਾਂ ਹੁਣ ਮਹਿਕਮੇ ਨੇ ਵੇਖਣਾ, ਡੀਸੀ ਸਾਹਿਬ ਨੇ ਵੇਖਣਾ। ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਹੈਗਾ ਵੀ ਜਿਹੜੀਆਂ ਰਜਿਸਟਰੀਆਂ ਹੋਈਆਂ, ਰਜਿਸਟਰੀਆਂ ਦਾ ਵਿਭਾਗ ਜਿਹੜਾ ਹੈਗਾ ਡੀਸੀ ਸਾਹਿਬ ਦੇ ਅੰਡਰ ਆਉਂਦਾ ਹੈ। ਉਸ ਤੋਂ ਬਾਅਦ ਜਿਹੜਾ ਅਵੈਧ ਨਿਰਮਾਣ ਹੈ ਉਹ ਸਾਰਾ ਆਉਂਦਾ ਹੈ, ਉਹ ਡਿਊਟੀ ਵੀ ਕਾਰਪੋਰੇਸ਼ਨ ਦੀ। ਕਿ ਇਹ ਅਵੈਧ ਨਿਰਮਾਣ ਨਹੀਂ ਹੋਏ ਕਿ ਇਹਨਾਂ ਨੇ ਸਾਰੀਆਂ ਜੋ ਵੀ ਕਾਰਪੋਰੇਸ਼ਨ ਦੀਆਂ ਹੈਗੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜੋ ਲਾਇਬਿਲਿਟੀ ਹੁੰਦੀਆਂ। ਉਸ ਤੋਂ ਇਲਾਵਾ ਜੇਕਰ 66 ਗਜ ਦੇ ਇੱਕ ਮਕਾਨ ਨੂੰ ਇਸਲਾਮਾਬਾਦ ਪਿਛਲੇ ਦਿਨ ਮਸਜਿਦ ਵਾਲੀ ਗਲੀ ਵਿੱਚ ਇਹਨਾਂ ਇੱਕ ਮਕਾਨ ਤੇ ਮਤਲਬ FIR ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨਰ ਕੋਮਲ ਮਿੱਤਲ ਨੇ ਇਹਦੀ ਸਿਫਾਰਿਸ਼ ਕੀਤੀ ਹੈ ਸਟੈਨ ਸਿੰਘ ਗਿੱਲ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੇ FIR ਕੀਤੀ ਜਾਏ। ਜੇਕਰ 66 ਗਜ ਦੇ ਇੱਕ ਮਕਾਨ ਤੇ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਉਹਦੇ ਵਾਸਤੇ ਆਪਾਂ FIR ਦੀ ਸਿਫਾਰਿਸ਼ ਕਰ ਸਕਦੇ ਹਾਂ। ਤੇ ਜਿਹੜੇ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਹੋ ਰਹੇ ਨੇ ਨਜਾਇਜ਼, ਜਿੱਥੇ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਕਿ ਉਹਨਾਂ ਦੇ ਖਿਲਾਫ FIR ਨਹੀਂ ਬਣਦੀ? ਉਹਨਾਂ ਦੇ ਖਿਲਾਫ ਵੀ FIR ਬਣਦੀ ਹੈ। ਪਰ ਸਾਡੇ ਜਿਹੜੇ ਆ ਅਧਿਕਾਰੀ ਨੇ ਇਹ ਜਾਂ ਤਾਂ ਮਤਲਬ ਇਹ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜਾਂ ਇਹਨਾਂ ਨੂੰ ਕੋਈ ਤਜਰਬਾ ਨਹੀਂ ਹੈਗਾ। ਦੇਖੋ ਜੇਕਰ ਇੱਕ 66 ਗਜ ਤੇ ਕਾਰਵਾਈ ਜ਼ਰੂਰੀ ਹੈ ਤੇ ਜਿਹੜੀ ਮਤਲਬ ਕਰੋੜਾਂ ਰੁਪਏ ਦੀ ਜ਼ਮੀਨ ਸਰਕਾਰ ਦੀ ਹਜਮ ਕੀਤੀ ਜਾ ਰਹੀ ਹੈ, ਜਿੱਥੇ ਅਵੈਧ ਨਿਰਮਾਣ ਹੋ ਰਹੇ ਨੇ, ਉਹਨਾਂ ਦੇ ਕਾਰਵਾਈ ਕਿੰਨੇ ਕਰਵਾਣੀ ਹੈ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਕੰਮ ਜਾਂ ਪ੍ਰਸ਼ਾਸਨ ਦਾ ਜਾਂ ਨਿਗਮ ਦਾ ਹੈ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹ 17 ਦੁਕਾਨਾਂ ਦੇ ਵਿੱਚ ਕਿੰਨੀਆਂ ਦੁਕਾਨਾਂ ਬਣ ਚੁੱਕੀਆਂ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 5 ਦੁਕਾਨਾਂ ਸੇਲ ਵੀ ਹੋਈਆਂ ਨੇ। 17 ਦੀਆਂ 17 ਦੁਕਾਨਾਂ ਬਣ ਚੁੱਕੀਆਂ ਹੈ, 5 ਸੇਲ ਹੋ ਗਈਆਂ। ਜਿਹੜੀਆਂ 12 ਦੁਕਾਨਾਂ ਉਹਨਾਂ ਦੇ ਅੱਗੇ ਜਿਹੜੀ ਇਹ ਰੂੜੀ ਪਈ ਹੈ ਤੇ ਮਤਲਬ ਉਹਨਾਂ 'ਚ ਪੱਥਰ ਲਾਣਾ ਹੈ। ਅਸੀਂ ਉਹਦੀ ਪਹਿਲਾਂ ਵੀ ਇਨਫੋਰਮੇਸ਼ਨ ਜੋ ਦੇ ਚੁੱਕੇ ਹਾਂ। ਅਸੀਂ ਅੱਜ 1 ਮਹੀਨਾ ਹੋ ਗਿਆ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਜਿਹੜੇ ਪੋਲੀਟੀਕਲ ਲੋਕ ਹੈ ਉਹਨਾਂ ਨੂੰ ਜਾਣਕਾਰੀ ਦੇ ਰਹੇ ਹਾਂ। ਕੱਲ ਹੀ ਮੈਂ ਹਲਕਾ ਪੱਛਮ ਦੇ MLA, ਕਿਉਂਕਿ ਇਹ ਜਿਹੜੀ ਜਗ੍ਹਾ ਆਉਂਦੀ ਹੈ ਪੱਛਮ ਦੇ ਹਲਕੇ ਚ ਆਉਂਦੀ ਹੈ, ਵੈਸਟ ਚ ਆਉਂਦੀ ਹੈ, ਵਾਰਡ ਨੰਬਰ 56 ਦਾ ਹਿੱਸਾ ਹੈਗਾ ਜਿੱਥੇ ਕਬਜ਼ਾ ਕਰ ਰਿਹਾ। ਮੈਂ ਇੱਥੋਂ ਦੇ MLA ਆਪਣੇ ਮਾਨਯੋਗ ਸ਼੍ਰੀ ਡਾਕਟਰ ਰਾਜਕੁਮਾਰ ਜੀ ਨੂੰ ਇਹਦੇ ਬਾਰੇ ਜਾਣਕਾਰੀ ਦੇ ਦਿੱਤੀ ਵੀ ਤੁਹਾਡੇ ਵਾਰਡ ਨੰਬਰ 56 ਵਿੱਚ ਤੁਹਾਡੇ ਹਲਕੇ ਵਿੱਚ ਅਵੈਧ ਕਬਜ਼ੇ ਹੋ ਰਹੇ ਨੇ, ਅਵੈਧ ਨਿਰਮਾਣ ਹੋ ਰਹੇ ਨੇ। ਡਾਕਟਰ ਸਾਹਿਬ ਇਹਨਾਂ ਨੂੰ ਰੋਕੀਏ। ਆਪਾਂ ਪੰਜਾਬ ਵਿੱਚ ਕਾਂਗਰਸ ਨੂੰ ਤਾਦੀ ਲਿਆਉਣ ਦਾ ਸੁਪਨਾ ਵੇਖ ਸਕਦੇ ਹਾਂ ਜੇਕਰ ਅਸੀਂ ਪਬਲਿਕ ਨੂੰ ਨਿਆਂ ਦਾਂਗੇ। ਜੇ ਪਬਲਿਕ ਦੇ ਵਿੱਚ ਅੱਜ ਲੈਂਡ ਮਾਫੀਆ, ਭੂ ਮਾਫੀਆ ਜਾਂ ਦੜਾ ਸੱਟਾ ਜਾਂ ਨਸ਼ਾ ਉੱਚੇ ਸਿਖਰਾਂ ਤੇ ਪਹੁੰਚ ਜਾਏਗਾ ਤੇ ਸਾਡੇ ਤੇ ਜਨਤਾ ਨੇ ਵਿਸ਼ਵਾਸ ਨਹੀਂ ਕਰਨਾ। ਇਸ ਕਰਕੇ ਮੇਰੀ ਹੱਥ ਜੋੜ ਕੇ ਪੰਜਾਬ ਦੇ ਕੈਪਟਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਇਸ ਮਸਲੇ ਵੱਲ ਜਲਦ ਧਿਆਨ ਦਿਵੋ। ਮੈਂ ਰੋਜ਼ ਲਾਈਵ ਹੋ ਕੇ ਆਪ ਜੀ ਤੱਕ ਮੈਸੇਜ ਪਹੁੰਚਾ ਰਿਹਾ ਵਾਂ, ਵੱਖ-ਵੱਖ ਗਰੁੱਪਾਂ 'ਚ ਸ਼ੇਅਰ ਕਰ ਰਿਹਾ ਵਾਂ। ਇੱਧਰ ਧਿਆਨ ਦਿੱਤਾ ਜਾਵੇ ਤਾਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? ਡਾਕਟਰ ਸਾਹਿਬ ਨੇ ਮੈਨੂੰ ਕਿਹਾ ਜੀ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਤਾ, DC ਸਾਹਿਬ ਨੂੰ ਕਹਿਤਾ ਉਹ ਜਲਦੀ ਕਾਰਵਾਈ ਕਰਨਗੇ। ਪਰ ਇਹੋ ਜਿਹੇ ਆਸ਼ਵਾਸਨ ਮੈਨੂੰ ਨੇਤਾਵਾਂ ਵੱਲੋਂ ਕਈ ਵਾਰ ਦਿੱਤੇ ਗਏ ਨੇ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਲੇਟੈਸਟ ਜਿਹੜਾ ਤੁਸੀਂ ਇਸ ਕੇਸ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਆਖਰੀ ਕਦੋਂ ਕਿਹਨੂੰ ਕਿਸ ਤਰ੍ਹਾਂ ਮਿਲੇ? ਮੈਂ ਲਾਸਟ ਟਾਈਮ ਜੀ ਫਰਾਈਡੇ ਨੂੰ ਲਾਸਟ ਟਾਈਮ ਮੈਂ ਬੁੱਧਵਾਰ DC ਸਾਹਿਬ ਨੂੰ ਮਿਲਿਆ ਹਾਂ। DC ਸਾਹਿਬ ਨੇ ਮੈਨੂੰ ਪੂਰਾ ਆਸ਼ਵਾਸਨ ਦਵਾਇਆ ਸੀ ਵੀ ਉਹਨਾਂ ਮੰਗ ਪੱਤਰ ਲਿਆ। ਮੈਂ ਉਹਨਾਂ ਨੂੰ ਕਿਹਾ ਜੀ ਇਹਦੀ ਕਾਰਵਾਈ ਕਰੋ, ਕਹਿੰਦੇ ਜੀ ਇਹਦੇ ਤੇ ਅਸੀਂ ਜਲਦੀ ਕਾਰਵਾਈ ਕਰਾਂਗੇ। DC ਸਾਹਿਬ ਉਸ ਤੋਂ ਬਾਅਦ ਮੇਰੀ ਕੱਲ ਗੱਲ ਹੋਈ, ਜਿਹੜੇ ਕਮਿਸ਼ਨਰ ਨਵੇਂ ਆਏ ਆ ਪਟਿਆਲਾ ਤੋਂ, ਮੈਂ ਉਹਨਾਂ ਦੀ ਬੜੀ ਤਾਰੀਫ ਸੁਣੀ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਵਾਂ। ਉਹਨਾਂ ਨੇ ਮੈਨੂੰ ਸੋਮਵਾਰ ਮਿਲਣ ਦਾ ਟਾਈਮ ਦਿੱਤਾ 11:30 ਵਜੇ। ਉਹਨਾਂ ਕਿਹਾ ਜੀ ਮੈਂ ਉਹਨਾਂ ਨੂੰ ਸਾਰੇ ਪ੍ਰੂਫ ਦੇ ਦਿੱਤੇ ਆ। ਉਹ ਕਹਿੰਦੇ ਵੀ ਜੋ ਬਣਦੀ ਕਾਰਵਾਈ ਹੈ ਮੈਂ ਜਲਦ ਕਰਾਵਾਂਗਾ। ਪਰ ਮੈਂ ਉਹਨਾਂ ਨੂੰ ਨਾਲ ਇਹ ਵੀ ਥੋੜਾ ਜਿਹਾ ਦੱਸਦਾ ਵੀ ਤੁਹਾਡੇ ਤੋਂ ਪਹਿਲੇ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਪੋਲੀਟੀਕਲ ਦਬਾਅ ਥੱਲੇ ਜੇ ਆ ਕੇ ਮੈਨੂੰ ਬੁਲਾ ਕੇ ਚੱਕਰ ਹੀ ਲਵਾੜੇ ਤਾਂ ਫਿਰ ਕਿਰਪਾ ਕਰਕੇ ਮੈਨੂੰ ਨਾ ਬੁਲਾਣਾ। ਜਿਸ ਤਰ੍ਹਾਂ ਕਿ ਦੋਸਤੋ ਤੁਸੀਂ ਸੁਣਿਆ ਕਿ ਇਹ ਜਿਹੜੀ ਸ਼ਾਮਲੜ ਤੇ ਜ਼ਮੀਨ ਤੇ 17 ਦੁਕਾਨਾਂ ਦਾ ਨਿਰਮਾਣ ਹੋਇਆ ਵਾ ਔਰ ਉਹਦੇ 'ਚ 5 ਦੁਕਾਨਾਂ ਦੀ ਰਜਿਸਟਰੀ ਵੀ ਹੋ ਗਈ ਹੈ। ਜਿਹੜੇ ਸ਼ਿਕਾਇਤਕਰਤਾ ਨੇ ਸੁਭਾਸ਼ ਸਹਿਗਲ ਜੀ, ਉਹ ਪਿਛਲੇ ਸਾਲ ਤੋਂ ਲਗਾਤਾਰ ਇਹਨਾਂ ਦੇ ਖਿਲਾਫ ਆਵਾਜ਼ ਉਠਾ ਰਹੇ, ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹੈ। ਇਸ ਮੁੱਦੇ ਨੂੰ ਲੈ ਕੇ ਲਲਿਤ ਮੋਹਨ ਗੁਲਾਟੀ ਜੀ ਜੋ ਕਿ ਹਾਈ ਕੋਰਟ ਦੇ ਵਕੀਲ ਨੇ, ਉਹ ਵੀ ਇੱਕ ਜਨਹਿਤ ਯਾਚਕਾ ਡਾਲਣ ਵਾਲੇ ਨੇ। ਇਹਦਾ ਕੀ ਬਣੇਗਾ ਇਹ ਤੇ ਭਵਿੱਖ ਦੀ ਗਰਵ 'ਚ ਹੈ। ਮੈਂ ਹੁਣ ਆਏ ਮਹਿਮਾਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਪਣਾ ਕੀਮਤੀ ਸਮੇਂ ਕੱਢ ਕੇ ਆਏ ਹੋ। ਮੈਂ ਆਪਣੇ ਵੱਲੋਂ, ਆਪਣੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਧੰਨਵਾਦ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇਸ ਮੁੱਦੇ ਨੂੰ ਲੈ ਕੇ ਸ਼ਿਕਾਇਤਕਰਤਾ ਸੁਭਾਸ਼ ਸਹਿਗਲ ਜੀ ਪਿਛਲੇ ਸਾਲ ਤੋਂ ਜਦੋਜਹਿਦ ਕਰ ਰਹੇ ਨੇ, ਲੇਕਿਨ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਔਰ ਇਹਨਾਂ ਨੂੰ ਆਸ ਹੈ ਕਿ ਇਨਸਾਫ ਮਿਲੇਗਾ। ਐਸੇ ਮੁੱਦੇ ਨੂੰ ਲੈ ਕੇ ਲਲਿਤ ਮੋਹਨ ਗੁਲਾਟੀ ਜੋ ਕਿ ਹਾਈ ਕੋਰਟ ਦੇ ਵਕੀਲ ਨੇ, ਜਲਦ ਹੀ ਜਨਹਿਤ ਯਾਚਿਕਾ ਡਾਲ ਰਹੇ ਨੇ। ਇਹਦਾ ਕੀ ਬਣੇਗਾ ਇਹ ਤੇ ਭਵਿੱਖ ਦੀ ਗਰਭ 'ਚ ਹੈ। ਲੇਕਿਨ ਮੈਂ ਰਾਜੇਸ਼ ਅਰੋੜਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਜਲਦ ਹੀ ਤੁਹਾਡੇ ਵਿੱਚ ਹਾਜ਼ਰ ਹੋਵਾਂਗਾ। ਇਜਾਜ਼ਤ ਦਿਓ। ਨਮਸਕਾਰ।